ਬਹੁਤ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ। 4-5 ਸਾਲ ਤੋਂ ਆਪਦੇ ਨਾਲ ਜੋੜਿਆ ਜੀ। ਸੇਵਾ ਕਰਾਉਂਦੇ ਇੱਥੇ ਡੇਰੇ 'ਚ ਵੀ, ਬਾਹਰ ਸੈਂਟਰਾਂ 'ਚ ਵੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਾਬਾ ਜੀ, ਮੈਂ ਆਪਦਾ ਵਾਅਦਾ ਪੂਰਾ ਕੀਤਾ ਕਿ ਜੀ, ਤੁਸੀਂ ਕਹਿੰਦੇ ਹੁੰਦੇ ਸੀ ਨਾ ਵੀ ਬੇਟਾ ਜਾਂ ਬੇਟੀ ਗੈਰ ਸਿੰਘ ਘਰੇ ਵਿਆਹ ਕਰਾਓ, ਤੇ ਮੈਂ ਤੁਹਾਡੀ ਕਿਰਪਾ ਨਾਲ ਵਾਅਦਾ ਪੂਰਾ ਕੀਤਾ। ਮੈਂ ਆਪਦੀ ਪਤਨੀ ਨਾਲ ਲੈ ਕੇ ਆਇਆ ਜੀ। ਉਹਨੂੰ ਮਾੜਾ ਜਿਹਾ ਕਹਿ ਦਿਓ ਜੀ ਤੁਸੀਂ ਵੀ ਡੇਰੇ ਕਿ ਆਇਆ ਕਰੇ ਜੀ। ਨਹੀਂ ਬੇਟਾ ਨਹੀਂ। ਨਹੀਂ ਜੇ ਨਾਲ ਨਹੀਂ, ਮੇਰੀ ਗੱਲ ਸੁਣ, ਜੇ ਉਹ ਤੇਰੇ ਨਾਲ ਜ਼ਬਰਦਸਤੀ ਕਰੇ ਕਿ ਤੂੰ ਸਰਸੰਗ ਵਿੱਚ ਨਾ ਜਾ, ਤੈਨੂੰ ਚੰਗਾ ਲੱਗੂਗਾ? ਨਹੀਂ, ਉਹ ਕਰਦੀ ਨਹੀਂ ਜੀ। ਨਹੀਂ, ਇਸੇ ਕਰਕੇ ਬੇਟਾ, ਜੇ ਉਹ ਤੇਰੀ ਸੋਚ ਦੀ ਕਦਰ ਕਰਦੀ ਹੈ ਤਾਂ ਤੈਨੂੰ ਹਾਂਜੀ ਉਹਦੇ ਸੋਚ ਦੀ ਕਦਰ ਕਰਨੀ ਚਾਹੀਦੀ ਹੈ। ਹਾਂਜੀ ਹਾਂਜੀ ਠੀਕ ਹੈ ਨਾ? ਹਾਂਜੀ ਤਾਂ ਹੀ ਤਾਂ ਰਿਸ਼ਤਾ ਨਿਭੂਗਾ ਕਿ ਤੂੰ ਉਹਦੀ ਕਦਰ ਕਰੇ, ਉਹ ਤੇਰੀ ਕਦਰ ਕਰੇ। ਹਾਂਜੀ ਹਾਂਜੀ ਆਪਾਂ ਨਹੀਂ ਜ਼ਬਰਦਸਤੀ ਕਰਨੀ। ਠੀਕ ਹੈ ਨਾ? ਠੀਕ ਹੈ। ਚੰਗਾ ਉਦਾਹਰਨ ਬਣੇਗਾ ਜੇ ਉਹਨੂੰ ਦੇਖੂਗਾ ਕਿ ਸੰਤ ਮਤ ਦੇ ਨਾਲ ਜੁੜ ਕੇ ਤੈਨੂੰ ਕੀ ਮਿਲ ਰਿਹਾ ਹੈ, ਹਾਂਜੀ ਹਾਂਜੀ ਆਪਣੇ ਆਪ ਉਹਦੇ ਉੱਤੇ ਅਸਰ ਹੋਊਗਾ। ਆਪਾਂ ਲਫ਼ਜ਼ਾਂ ਦੇ ਨਾਲ ਨਹੀਂ, ਕਰਨੀ ਦੇ ਨਾਲ ਦਿਖਾਣਾ। ਤੂੰ ਕਰਕੇ ਦਿਖਾ, ਚੰਗਾ ਉਦਾਹਰਨ ਬਣ ਕੇ ਦਿਖਾ। ਮਨ ਦੀ ਵੈਸੇ ਤਾਂ ਬਹੁਤ ਚੰਗੀ ਹੈ ਜੀ। ਹਾਂ, 6-7 ਮਹੀਨੇ ਵਿਆਹ ਨੂੰ ਹੋਏ ਆ। ਤਾਂ ਬੇਟੀਆਂ ਤਾਂ ਹੁੰਦੀਆਂ ਹੀ ਚੰਗੀਆਂ, ਮੁੰਡੇ ਨਖੱਟੂ ਹੁੰਦੇ ਆ। ਪਹਿਲੀ ਵਾਰੀ ਮੌਕਾ ਮਿਲਿਆ ਜੀ। ਹਾਂ, ਤੇ ਬਾਕੀ ਤੁਹਾਡੀ ਬਹੁਤ ਕਿਰਪਾ ਜੀ, ਸਾਰਿਆਂ ਦੇ ਮਿਹਰ ਭਰੇ ਹੱਥ ਰੱਖਣਾ ਜੀ। ਬਾਬਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਥੇ ਸਾਨੂੰ ਆਉਣ ਦਾ ਮੌਕਾ ਦਿੱਤਾ। ਪਤਾ ਨਹੀਂ ਕਿੰਨੀ ਦੇਰ ਦੀ ਇੱਛਾ ਹੈਗੀ ਸੀ ਇੱਥੇ ਤੁਹਾਡੇ ਐਵੇਂ ਦਰਸ਼ਨ ਕਰਨ ਦੀ। ਹਰ ਜਗ੍ਹਾ ਮੇਰੇ ਮੁਸੀਬਤ ਵਿੱਚ ਸਾਥ ਦੇਣ ਦਾ ਬਹੁਤ ਬਹੁਤ ਸ਼ੁਕਰੀਆ। ਬਸ ਦੁਨੀਆ ਤੇ ਭਗਤੀ ਦੇ ਮਾਰਗ ਵਿੱਚ ਕਿਵੇਂ ਤਾਲਮੇਲ ਬਿਠਾਈਏ, ਕਿਉਂਕਿ ਇੱਕ ਪਾਸੇ ਕਹਿੰਦੇ ਅੱਖਾਂ ਬੰਦ ਕਰਕੇ ਦੇਖੋ, ਇੱਕ ਪਾਸੇ ਕਹਿੰਦੇ ਅੱਖਾਂ ਖੋਲ ਕੇ ਦੇਖੋ, ਦੋਨਾਂ ਪਾਸੇ ਬੈਲੈਂਸ ਕਿਵੇਂ ਕਰੀਏ? ਬੇਟਾ, ਸਵਾਮੀ ਜੀ ਨੇ ਇਹੀ ਕਿਹਾ ਸੀ ਕਿ ਪਰਮਾਰਥ ਵਿੱਚ ਆ ਕੇ ਨਾ, ਪਰਮਾਰਥ ਜੋ ਦੁਨੀਆ ਕਹਿੰਦੀ ਹੈ, ਪਰਮਾਰਥ ਉਲਟਾ ਕਹਿੰਦੀ ਹੈ। ਤੁਸੀਂ ਕਿਹਾ ਨਾ ਹੁਣੇ, ਦੁਨੀਆ ਕਹਿੰਦੀ ਹੈ ਅੱਖਾਂ ਖੋਲ ਕੇ ਦੇਖੋ, ਪਰਮਾਰਥ 'ਚ ਕਹਿੰਦੇ ਅੱਖਾਂ ਬੰਦ ਕਰਕੇ ਦੇਖੋ। ਦੁਨੀਆ ਕਹਿੰਦੀ ਹੈ ਜੀਣਾ ਸਿੱਖੋ, ਪਰਮਾਰਥ 'ਚ ਕਹਿੰਦੀ ਹੈ ਮਰਨਾ ਸਿੱਖੋ। ਠੀਕ ਹੈ ਨਾ? ਸੋ ਬੇਟਾ, ਕਿਹੜਾ ਕੰਮ ਹੈ ਜ਼ਿੰਦਗੀ 'ਚ ਜਿੱਥੇ ਬੈਲੈਂਸ ਤੋਂ ਬਗੈਰ ਆਪਣਾ ਕੰਮ ਹੋ ਸਕਦਾ ਹੈ? ਬੇਟਾ, ਆਪਾਂ ਰੋਟੀ ਖਾਂਦੇ ਹਾਂ, ਰੋਟੀ ਖਾਣ ਵਕਤ ਆਪਾਂ ਨੂੰ ਧਿਆਨ ਨਹੀਂ ਹੁੰਦਾ ਕਿ ਬਈ ਦਾਲ ਵੀ ਖਾਣੀ ਚਾਹੀਦੀ ਹੈ, ਸਬਜ਼ੀ ਵੀ ਖਾਣੀ ਚਾਹੀਦੀ ਹੈ, ਪ੍ਰੋਟੀਨ ਵੀ ਹੋਣੇ ਚਾਹੀਦੇ ਹੈ, ਵਿਟਾਮਿਨ ਵੀ ਹੋਣੀ ਚਾਹੀਦੇ ਹੈ। ਧਿਆਨ ਰੱਖਦੇ ਕਿ ਨਹੀਂ ਰੱਖਦੇ? ਸਾਈਕਲ ਦੇ ਉੱਤੇ, ਸਕੂਟਰ ਉੱਤੇ, ਮੋਟਰਸਾਈਕਲ ਤੇ ਜਾਂਦੇ ਆ, ਬੈਲੈਂਸ ਰੱਖਦੇ ਆ ਕਿ ਨਹੀਂ ਰੱਖਦੇ? ਬੱਚਾ ਕਵੇ ਮੈਂ ਸਾਰਾ ਦਿਨ ਖੇਲਣਾ, ਪੜ੍ਹਾਈ ਨਹੀਂ ਕਰਨੀ, ਮਾਂ ਕੀ ਸਮਝਾਊਗੀ? ਬੇਟਾ, ਖੇਲਣ ਦਾ ਆਪਣਾ ਵਕਤ ਹੈ, ਪੜ੍ਹਾਈ ਦਾ ਆਪਣਾ ਵਕਤ ਹੈ। ਹੁਣ ਤੁਸੀਂ ਬੈਲੈਂਸ ਸਿਖਾ ਰਹੇ ਹੋ ਕਿ ਨਹੀਂ ਸਿਖਾ ਰਹੇ ਹੋ? ਆਪਾਂ ਸੌਣ ਵਾਸਤੇ ਵੀ ਵਕਤ ਕੱਢਦੇ ਹਾਂ, ਆਰਾਮ ਵਾਸਤੇ ਵੀ ਵਕਤ ਕੱਢਦੇ ਹਾਂ, ਖਾਣ ਪੀਣ ਵਾਸਤੇ ਵੀ ਵਕਤ ਕੱਢਦੇ ਹਾਂ। ਉਹ ਬੈਲੈਂਸ ਹੈ ਕਿ ਨਹੀਂ ਹੈਗਾ? ਇਸ ਕਰਕੇ ਬੇਟਾ, ਜ਼ਿੰਦਗੀ ਦੇ ਹਰੇਕ ਪਹਿਲੂ ਵਿੱਚ ਇਨਸਾਨ ਬੈਲੈਂਸ ਰੱਖ ਰਿਹਾ, ਮਗਰ ਪਰਮਾਰਥ ਨੂੰ ਛੱਡ ਦੇ। ਮਾਲਕ ਨੇ 24 ਘੰਟੇ ਦਿੱਤੇ ਆ ਬੇਟਾ, 24 ਘੰਟੇ ਬਹੁਤ ਹੁੰਦੇ ਹੈ। ਆਪਾਂ ਪਰਮਾਰਥ ਨੂੰ ਵੀ ਵਕਤ ਦਈਏ, ਆਪਣੇ ਕੰਮ ਕਾਜ ਨੂੰ ਵੀ ਦਈਏ, ਔਰ ਬਾਲ ਬੱਚਿਆਂ ਨੂੰ ਵੀ ਦਈਏ। ਹੁਣ ਜੇ ਆਪਾਂ ਇੱਕ ਤਰਫੇ ਹੋ ਜਾਵਾਂਗੇ, ਹੁਣ ਬੀਬੀਆਂ ਕੀ ਕਹਿੰਦੀ ਹੈ, ਕਈ ਵਾਰੀ ਆਦਮੀ ਕੀ ਕਰਦਾ ਹੈ, ਉਹ ਕਮਾਈ 'ਚ ਇੰਨਾ ਲੱਗਿਆ ਹੁੰਦਾ ਕਿ ਕਿਸੇ ਚੀਜ਼ ਨੂੰ ਧਿਆਨ ਨਹੀਂ ਦਿੰਦਾ। ਆਪਾਂ ਇਹੀ ਕਹਿੰਦੇ ਹਾਂ ਕਿ ਜੀ ਕਮਾਈ ਕਰੋ ਮਗਰ ਪਰਿਵਾਰ ਨੂੰ ਵੀ ਧਿਆਨ ਦਿਓ, ਤਾਂ ਆਪਾਂ ਬੈਲੈਂਸ ਹੀ ਕਹਿ ਰਹੇ ਹਾਂ। ਉਸੇ ਤਰ੍ਹਾਂ ਸਾਨੂੰ ਸਿੱਖਣਾ ਚਾਹੀਦਾ ਬੇਟਾ। ਦਇਆ ਮੇਰ ਬਣਾਏ ਰੱਖਣਾ ਬਾਬਾ ਜੀ। ਰਾਧਾ ਸਵਾਮੀ ਬਾਬਾ ਜੀ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਹਮੇਸ਼ਾ ਮੇਰਾ ਸਾਥ ਦਿੱਤਾ। ਤੇ ਮੇਰਾ ਕੁਐਸਚਨ ਇਹ ਹੈ ਕਿ ਮੇਰੇ ਮੰਮਾ ਪਾਪਾ ਤੁਹਾਡੇ ਤੇ ਬਹੁਤ ਵਿਸ਼ਵਾਸ ਕਰਦੇ ਆ, ਪਰ ਕਦੇ-ਕਦੇ ਨਾ ਮੇਰਾ ਵਿਸ਼ਵਾਸ ਡੋਲ ਜਾਂਦਾ ਹੈ। ਮੈਂ ਬਹੁਤ ਡਰਦੀ ਹਾਂ ਇਸ ਚੀਜ਼ ਤੋਂ ਕਿ ਦੁਬਾਰਾ ਉਹ ਸਭ ਕੁਝ ਨਾ ਹੋ ਜਾਏ ਜੋ ਹੋਇਆ ਹੈ, ਐਸਾ ਕੁਝ। ਬੇਟਾ ਦੇਖੋ, ਜ਼ਿੰਦਗੀ ਵਿੱਚ ਇੱਕ ਤਾਂ ਸਾਡੀ ਕਿਸਮਤ ਹੈ, ਠੀਕ ਹੈ, ਦੂਜੀ ਜੋ ਆਪਾਂ ਚੁਣਦੇ ਹਾਂ। ਕਿਸਮਤ ਨੂੰ ਤਾਂ ਬਦਲ ਨਹੀਂ ਸਕਦੇ, ਮਗਰ ਆਪਣੇ ਆਪ ਨੂੰ ਇਹੋ ਜਿਹੀ ਅਵਸਥਾ ਵਿੱਚ ਲਿਆ ਸਕਦੇ ਹਾਂ ਕਿ ਕਦੇ ਵੀ ਆਪਾਂ ਗਲਤ ਨਾ ਚੁਣੀਏ, ਕਿਉਂਕਿ ਗਲਤ ਚੁਣਾਂਗੇ ਤਾਂ ਭਾਰ ਵਧੂਗਾ, ਸਹੀ ਚੁਣਾਂਗੇ ਤਾਂ ਕਰਮ ਖਤਮ ਹੋਣਗੇ। ਸੋ ਇਹੋ ਜਿਹੀ ਅਵਸਥਾ ਤਾਂ ਆਪਾਂ ਬਣਾ ਸਕਦੇ ਹਾਂ ਬੇਟਾ, ਕਿਉਂਕਿ ਕਿਸਮਤ ਨੂੰ ਤਾਂ ਕੋਈ ਆਪਾਂ ਬਦਲ ਨਹੀਂ ਸਕਦੇ ਬੇਟਾ। ਸੋ ਅਸੀਂ ਕਹਿੰਦੇ ਹਾਂ ਜੀ ਸਾਡਾ ਵਿਸ਼ਵਾਸ ਡੋਲ ਜਾਂਦਾ। ਹੁਣ ਵਿਸ਼ਵਾਸ ਡੋਲਣ ਦੇ ਨਾਲ ਭਾਰ ਸਾਡੇ ਉੱਤੇ ਪਊਗਾ ਕਿ ਕਿਸੇ ਹੋਰ ਉੱਤੇ ਪਊਗਾ? ਜੇ ਆਪਾਂ ਮਾਲਿਕ ਵਿੱਚ ਵਿਸ਼ਵਾਸ ਰੱਖਾਂਗੇ,
ਆਪਣੇ ਵੱਲੋਂ ਮਿਹਨਤ ਕਰਾਂਗੇ ਚੰਗਾ ਹੀ ਹੋਊਗਾ। ਤਾਂ ਜੇ ਡੋਲ ਗਏ ਤਾਂ ਫਿਰ ਭਰਮਾਂ ਵਿੱਚ ਪੈ ਜਾਾਂਗੇ ਬੇਟਾ, ਕਿਤੇ ਨਾ ਕਿਤੇ ਗਲਤ ਚੀਜ਼ ਚੁਣ ਲਾਂਗੇ। ਸਾਡਾ ਫਾਇਦਾ ਕਿਸ ਚੀਜ਼ ਵਿੱਚ ਹੈ ਬੇਟਾ? ਤੇ ਮਤਲਬ ਕਦੇ ਕਦੇ ਨਾ ਸਹੀ ਜੋ ਹੁੰਦਾ ਹੈ ਉਹ ਕਿਸੇ ਹੋਰ ਨੂੰ ਬਹੁਤ ਹਰਟ ਕਰਦਾ ਹੈ, ਤੇ ਫਿਰ ਸਾਨੂੰ ਹਰਟ ਨਹੀਂ ਕਰਨਾ ਚਾਹੀਦਾ ਜਾਂ ਸਹੀ ਕਰਨਾ ਚਾਹੀਦਾ ਹੈ? ਹਰੇਕ ਨੇ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਮੈਂ ਦੂਜੇ ਨੂੰ ਬਚਾਉਂਦਾ ਬਚਾਉਂਦਾ ਜੇ ਮੈਂ ਆਪ ਡੁੱਬ ਗਿਆ ਤਾਂ ਮੈਂ ਕੀ ਬਚਾਊਂਗਾ ਬੇਟਾ? ਜਦੋਂ ਕੋਈ ਸਮੁੰਦਰ ਦੇ ਵਿੱਚ ਹੋਵੇ, ਜਿੰਨਾ ਚਿਰ ਕੋਈ ਖੁਦ ਤੈਰਨਾ ਨਾ ਜਾਣੇ, ਮੈਂ ਕਹਾਂ ਤੂੰ ਮੈਨੂੰ ਹੱਥ ਦੇ ਦੇ, ਮੈਂ ਤੈਨੂੰ ਬਚਾਊਂਗਾ, ਤੇ ਮੈਂ ਡੁੱਬੂਗਾ, ਉਹਨੂੰ ਵੀ ਡੁੱਬੂਗਾ ਮੈਂ। ਪਹਿਲਾਂ ਤਾਂ ਆਪਣੇ ਪੈਰ ਜ਼ਮੀਨ ਦੇ ਉੱਤੇ ਹੋਣੇ ਚਾਹੀਦੇ ਆ। ਦੂਜਿਆਂ ਨੂੰ ਮੈਂ ਉਹੀ ਦੇ ਸਕਦਾ ਜੋ ਮੇਰੀ ਜੇਬ ਵਿੱਚ ਹੈ। ਮੇਰੀ ਜੇਬ 100 ਰੁਪਏ ਹੈ, ਮੈਂ ਦੂਜੇ ਨੂੰ 90 ਦੇ ਸਕਦਾ। ਜੋ ਮੇਰੇ ਕੋਲ ਹੈ ਨਹੀਂ, ਮੈਂ ਦੇਵਾਂਗਾ ਕੀ ਬੇਟਾ? ਜੇ ਮੈਂ ਆਪਣੇ ਪੈਰ ਤੇ ਕੁल्हाड़ी ਮਾਰੀ ਜਾਊਂਗਾ ਔਰ ਮੈਂ ਦੂਜੇ ਨੂੰ ਕਹੂੰਗਾ ਡਰ ਨਾ, ਮੈਂ ਤੇਰੀ ਮਦਦ ਕਰੂੰਗਾ, ਉਹ ਕਹੂਗਾ ਪਹਿਲਾਂ ਆਪਣੇ ਆਪ ਨੂੰ ਤਾਂ ਬਚਾ। ਤੇ ਬਾਬਾ ਜੀ, ਕਿਸਮਤ ਕੀ ਹੈ? ਜੋ ਆਪਾਂ ਹੁਣ ਕਰਮ ਕਰਦੇ ਆ ਉਹਦਾ ਭੁਗਤਾਨ ਹੈ ਜਾਂ ਪਹਿਲੇ ਕਰਮਾਂ ਦਾ ਭੁਗਤਾਨ ਸਭ ਹੈ? ਦਾ। ਸਭ ਦਾ। ਭਾਵੇਂ ਪਹਿਲਾਂ ਹੋਵੇ ਭਾਵੇਂ ਹੁਣ ਹੋਵੇ, ਸਾਰਿਆਂ ਦਾ ਇਕੱਠਾ ਕਰਕੇ ਉਹ ਤੁਹਾਡੀ ਕਿਸਮਤ ਹੈ। ਥੈਂਕ ਯੂ ਬਾਬਾ ਜੀ, ਥੈਂਕ ਯੂ ਸੋ ਮਚ। ਬਾਬਾ ਜੀ, ਜਦੋਂ ਭਜਨ ਸਿਮਰਨ ਕਰਦੇ ਆ ਨਾ ਜੀ, ਡਰ ਬਹੁਤ ਲੱਗਦਾ। ਇਦਾਂ ਲੱਗਦਾ ਜਿੱਦਾਂ ਆਲੇ ਦੁਆਲੇ ਕੁਝ ਫਿਰਦਾ ਹੋਵੇ, ਕੋਈ ਸੱਪ ਫਿਰਦੇ ਹੋਣ, ਕੁਝ ਹੋਰ ਫਿਰਦਾ। ਡਰ ਕਿਉਂ ਲੱਗਦਾ ਜੀ? ਨਹੀਂ ਬੇਟਾ, ਇਹ ਉਹੀ ਮਨ ਦੀ ਗੱਲ ਹੈ ਨਾ ਬੇਟਾ। ਮਨ ਡਰਾਵੇ ਦਿੰਦਾ ਸਾਨੂੰ, ਅਸੀਂ ਡਰ ਜਾਂਦੇ ਹਾਂ, ਅਸੀਂ ਮਨ ਨੂੰ ਤਾਕਤ ਦੇ ਦਿੰਦੇ ਹਾਂ। ਹੁਣ ਦੇਖੋ, ਆਪਾਂ ਪਿਕਚਰ ਦੇਖਣ ਜਾਂਦੇ ਹਾਂ ਸਿਨੇਮੇ ਹਾਲ ਵਿੱਚ, ਉੱਥੇ ਗਮੀ ਦਾ ਸੀਨ ਹੁੰਦਾ ਹੈ, ਅੱਖਾਂ 'ਚ ਆਂਸੂ ਆ ਜਾਂਦੇ ਹੈ, ਮਜ਼ਾਕ ਦਾ ਹੁੰਦਾ, ਆਪਾਂ ਹੱਸਣਾ ਸ਼ੁਰੂ ਕਰ ਦਿੰਦੇ ਹਾਂ। ਮਗਰ ਫਿਰ ਆਪਣੇ ਆਪ ਨੂੰ ਯਾਦ ਕਰਾਉਂਦੇ ਹਾਂ ਕਿ ਇਹਦੇ 'ਚ ਕੋਈ ਸੱਚਾਈ ਤਾਂ ਨਹੀਂ ਗੀ, ਇਹ ਤਾਂ ਸਕਰੀਨ ਦੇ ਉੱਤੇ ਹੈ। ਜਦੋਂ ਆਪਾਂ ਸਿਨੇਮੇ ਹਾਲ ਤੋਂ ਬਾਹਰ ਜਾਣਾ, ਸਭ ਕੁਝ ਉੱਥੇ ਦਾ ਉੱਥੇ ਰਹਿ ਜਾਣਾ ਬੇਟਾ। ਉਹੀ ਚੀਜ਼ ਹੈ ਬੇਟਾ, ਮਨ ਪ੍ਰਭਾਵ ਤੁਹਾਡੇ ਸਾਹਮਣੇ ਰੱਖ ਸਕਦਾ ਹੈ, ਕਰ ਨਹੀਂ ਸਕਦਾ ਕੁਛ। ਆਪਾਂ ਪ੍ਰਭਾਵਾਂ ਜਾ ਕੇ ਡਰ ਜਾਂਦੇ ਹਾਂ, ਮਨ ਨੂੰ ਤਾਕਤ ਦੇ ਦਿੰਦੇ ਹਾਂ ਬੇਟਾ। ਹੁਣ ਦੇਖੋ ਬੇਟਾ, ਜ਼ਿੰਦਗੀ ਦੀ ਕਿਤਾਬ ਇੱਕ ਕੋਰੀ ਕਿਤਾਬ ਸੀ। ਜਿਸ ਦੌਰ ਵਿੱਚੋਂ ਵੀ ਗੁਜ਼ਰੇ, ਜੋ ਵੀ ਮਹਿਸੂਸ ਕੀਤਾ, ਉਹ ਕਿਤਾਬ ਵਿੱਚ ਲਿਖਿਆ ਗਿਆ। ਹੁਣ ਸਾਨੂੰ ਅਹਿਸਾਸ ਹੋਇਆ ਹੈ ਕਿ ਮੈਂ ਜੋ ਕੁਝ ਲਿਖਿਆ ਹੋਇਆ ਹੈ, ਮੈਂ ਤਾਂ ਇਹਨੂੰ ਮਿਟਾਉਣਾ ਹੈ। ਇਸ ਕਰਕੇ ਭਜਨ ਸਿਮਰਨ ਦਿੱਤਾ ਹੈ। ਜਦੋਂ ਕਿਤਾਬ ਖੋਲਾਂਗੇ ਪਹਿਲਾਂ ਉਹੀ ਮਿਲੂਗਾ ਜੋ ਲਿਖਿਆ ਹੋਇਆ ਬੇਟਾ। ਹੁਣ ਉਸ ਵਕਤ ਚਾਹੀਦਾ ਤਾਂ ਇਹ ਹੈ ਕਿ ਆਪਾਂ ਸਿਮਰਨ ਕਰੀਏ ਤਾਂ ਮਿਟਦਾ ਜਾਊਗਾ। ਅਸੀਂ ਉਹਨਾਂ ਦੀ ਪਰਖ ਕਰਨੀ ਸ਼ੁਰੂ ਕਰ ਦਿੰਦੇ ਹਾਂ, ਇਸ ਕਰਕੇ ਆਪਾਂ ਡਰ ਜਾਂਦੇ ਹਾਂ ਬੇਟਾ। ਜੇ ਉਸ ਵਕਤ ਸਿਮਰਨ ਕਰਾਂਗੇ, ਕੋਈ ਤਾਕਤ ਨਹੀਂ ਬਾਲ ਬਾਂਕਾ ਕਰ ਸਕਦੀ ਸਾਡਾ, ਇਹ ਸਿਰਫ ਪ੍ਰਭਾਵ। ਇੱਕ ਨਾ ਜੀ, ਪਰਦਾ ਨਹੀਂ ਖੁੱਲ ਰਿਹਾ ਬਾਬਾ ਜੀ। 5 ਸਾਲ ਹੋ ਗਏ ਨਾਮਦਾਨ ਲੈ ਨੂੰ। ਮੈਂ ਕੁਛ ਕਹਿੰਦਾ ਇੱਥੇ ਲੋਕ ਬੈਠੇ ਹੋਣਗੇ ਜਿਨ੍ਹਾਂ ਨੂੰ 50 ਸਾਲ ਹੋ ਗਿਆ। ਨਹੀਂ ਜੀ, ਨਾ ਕੁਝ ਸੀਮਾ ਤੱਕ ਸਰੀਰ ਸੁੰਨ ਹੋ ਜਾਂਦਾ, ਉਦੋਂ ਅੱਗੇ ਨਹੀਂ ਹੋ ਰਿਹਾ ਜੀ। ਬਹੁਤ ਪਰਖਾਂ 'ਚ ਨਹੀਂ ਪੈਣਾ, ਕਰੀ ਠੀਕ ਹੈ। ਚੱਲੋ। ਠੀਕ ਹੈ। ਹਾਂ। ਠੀਕ ਹੈ। ਬਾਬਾ ਜੀ, ਪਰ ਭਜਨ ਸਿਮਰਨ ਚ ਮਨ ਨਹੀਂ ਲੱਗਦਾ ਜੀ, ਘੱਟ ਲੱਗਦਾ। ਨਹੀਂ ਬੇਟਾ, ਇਹ ਤਾਂ ਆਪਾਂ ਲਗਾਉਣਾ ਹੈਗਾ ਨਾ, ਇਹਦਾ ਫਾਇਦਾ ਨੁਕਸਾਨ ਵੀ ਆਪਣਾ ਹੈਗਾ। ਹੁਣ ਜਿਵੇਂ ਆਪਾਂ ਨੌਕਰੀ ਕਰਦੇ ਹਾਂ ਕਿ ਨਹੀਂ ਤਾਂ ਤਨਖਾਹ ਨਹੀਂ ਮਿਲੂਗੀ, ਠੀਕ ਹੈ ਨਾ। ਉਸੇ ਤਰ੍ਹਾਂ ਰੋਟੀ ਖਾਂਦੇ ਹਾਂ, ਨਹੀਂ ਤਾਂ ਸਿਹਤ ਨਹੀਂ ਠੀਕ ਹੋਊਗੀ। ਰਾਤ ਨੂੰ ਸੌਂਦੇ ਹਾਂ, ਨਹੀਂ ਤਾਂ ਆਰਾਮ ਨਹੀਂ ਹੋਊਗਾ। ਤਾਂ ਉਸੇ ਤਰ੍ਹਾਂ ਬੇਟਾ ਇਸ ਤੋਂ ਕਿਤੇ ਜ਼ਿਆਦਾ ਭਜਨ ਸਿਮਰਨ ਹੈ। ਬਾਬਾ ਜੀ, ਜਦੋਂ ਆਪਾਂ ਕਈ ਵਾਰ ਗੁੱਸੇ 'ਚ ਕਿਸੇ ਨੂੰ ਕੁਛ ਕਿਹਾ ਜਾਂਦਾ ਜੀ, ਤੇ ਬਾਅਦ 'ਚ ਪਛਤਾਵਾ ਆਉਂਦਾ ਜੀ। ਬੇਟੇ ਜਾ ਕੇ ਮਾਫੀ ਮੰਗੋ ਬੇਟਾ। ਮਾਫੀ ਮੰਗ ਕੇ ਕੋਈ ਛੋਟਾ ਨਹੀਂ ਹੁੰਦਾ। ਮਾਫੀ ਮੰਗ ਕੇ ਵਡਿਆਈ ਹੈ ਤੁਹਾਡੀ। ਜਿਹਦੇ ਵਿੱਚ ਤਾਕਤ ਹੈ ਉਹੀ ਮਾਫੀ ਮੰਗ ਸਕਦਾ ਹੈ। ਕਮਜ਼ੋਰ ਆਦਮੀ ਮਾਫੀ ਵੀ ਨਹੀਂ ਮੰਗ ਸਕਦਾ ਬੇਟਾ। ਗੁੱਸਾ ਆ ਜਾਂਦਾ ਜੀ ਕਦੇ। ਨਹੀਂ ਬੇਟਾ, ਸੋਚ ਸਮਝ ਕੇ ਚੱਲੀਏ ਬੇਟਾ। ਸਿਮਰਨ ਕਰਨ ਦਾ ਬਲ ਬਖਸ਼ੇ ਜੀ। ਰਾਸਮ ਬਾਬਾ ਜੀ, ਜਿਹੜੇ ਲੋਕ ਆਪਣੇ ਦਿਲ ਦੇ ਕਰੀਬ ਹੁੰਦੇ ਨੇ, ਚਾਹੇ ਦੋਸਤ ਨੇ ਚਾਹੇ ਰਿਸ਼ਤੇਦਾਰ ਨੇ, ਬਾਬਾ ਜੀ ਆਪਣੀ ਕਮਜ਼ੋਰੀਆਂ ਨੂੰ ਹੀ ਥੋੜੀ ਦੇਰ ਬਾਅਦ ਸਾਡੀ ਵੈਰ ਪਾ ਲੈਂਦੇ ਨੇ ਸਾਡੇ ਖਿਲਾਫ, ਜਿਹੜੀ ਸਾਡੀ ਕਮਜ਼ੋਰੀ ਹੁੰਦੀ ਹੈ। ਬੇਟਾ, ਦੁੱਖ ਉਹੀ ਦਿੰਦਾ ਜਿਹੜਾ ਨਜ਼ਦੀਕ ਹੈ। ਜਿਹੜਾ ਨਜ਼ਦੀਕ ਹੀ ਨਹੀਂ, ਉਸ ਤੋਂ ਕਾਹਦਾ ਦੁੱਖ ਹੋਊਗਾ ਬੇਟਾ? ਬਗਾਨਾ ਤਾਂ ਨਹੀਂ ਦੁੱਖ ਦਿੰਦਾ ਨਾ। ਬਾਬਾ ਜੀ, ਜੀ ਤੇ ਭਰੋਸਾ ਕਰ ਲਈਏ, ਥੋੜੀ ਦੇਰ ਬਾਅਦ ਉਹੀ ਸਾਡੇ ਖਿਲਾਫ ਹੋ ਜਾਂਦਾ। ਨਹੀਂ, ਆਪਾਂ ਨਹੀਂ ਇਹਦੇ 'ਚ ਫਰਕ ਰੱਖਣਾ ਬੇਟਾ। ਆਪਾਂ ਦੇਖਣਾ ਕਿ ਸਾਡੀ ਜ਼ਿੰਮੇਵਾਰੀ ਕੀ ਹੈ। ਭਾਵੇਂ ਕੋਈ ਉਹਨੂੰ ਮੰਨੇ ਨਾ ਮੰਨੇ, ਚੰਗਾ ਮੰਨੇ ਬੁਰਾ ਮੰਨੇ, ਤੁਸੀਂ ਠੀਕ ਕਰੋ, ਤੁਸੀਂ ਜ਼ਿੰਮੇਵਾਰੀ ਨਿਭਾਓ ਬੇਟਾ। ਆਪਾਂ ਜ਼ਿੰਮੇਵਾਰੀ ਨਿਭਾਵਾਂਗੇ, ਸਾਡੇ ਕਰਮ ਖਤਮ ਹੋਣਗੇ।
ਠੀਕ ਹੈ ਨਾ। ਆਪਾਂ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਦੇਣਾ, ਆਪਾਂ ਨਹੀਂ ਗਲਤ ਕਰਨਾ, ਭਾਵੇਂ ਕੋਈ ਚੰਗਾ ਕਵੇ ਭਾਵੇਂ ਮਾੜਾ ਕਰੇ, ਆਪਾਂ ਨਹੀਂ ਗਲਤ ਕਰ। ਬਾਬਾ ਜੀ, ਲੜਕਪਨ ਤਾਂ ਤੁਹਾਡੇ ਚਰਨ ਵਿੱਚ ਆਏ, ਔਰ ਮੇਰ ਵੀ ਹਜ਼ੂਰ ਦੀ ਬੜੀ ਟੀਨੇਜ ਵਿੱਚ ਹੋ ਗਈ ਸੀ। ਤਦ ਤੋਂ ਲੈ ਕੇ ਹੁਣ ਤੱਕ ਸਵੇਰੇ ਨੀਂਦ ਖੁੱਲਦੀ ਹੈ ਔਰ ਕਦੀ ਵੀ ਉਸ ਤੋਂ ਬਾਅਦ ਨੀਂਦ ਨਹੀਂ ਸੀ ਆਉਂਦੀ। ਪਰ ਅਗਰ 1.5-2 ਮਹੀਨੇ ਤੋਂ ਇਸ ਤਰ੍ਹਾਂ ਹੋ ਰਿਹਾ ਹੈ ਕਿ ਨੀਂਦ ਆਉਂਦੀ ਹੈ ਔਰ ਠੀਕ ਸਵੇਰੇ ਉਸ ਵੇਲੇ ਖੁੱਲਦੀ ਹੈ ਜਿਸ ਵੇਲੇ ਕੰਮ ਕਰਨਾ ਹੋਏ। ਮੈਂ ਇਸ ਤੋਂ ਬਹੁਤ ਤੰਗ ਹਾਂ। ਬੇਟਾ, ਮਾਲਕ ਨੂੰ ਯਾਦ ਕਰਨ ਵਾਸਤੇ ਕੋਈ ਖਾਸ ਵਕਤ ਦੀ ਲੋੜ ਨਹੀਂ ਗੀ। ਜਿਵੇਂ ਜਿਵੇਂ ਬੁਢਾਪਾ ਆਊਗਾ ਉਵੇਂ ਉਵੇਂ ਸਾਡਾ ਜਿਸਮ ਦੇ ਉੱਤੇ ਵੀ ਕੰਟਰੋਲ ਘੱਟ ਹੁੰਦਾ ਜਾਂਦਾ ਹੈਗਾ। ਇਸ ਕਰਕੇ ਆਪਾਂ ਤਾਂ ਜਦੋਂ ਵੀ ਮੌਕਾ ਮਿਲਦਾ ਹੈ ਇਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਹ ਨਹੀਂ ਕਿ ਮੇਰੀ ਪਲੈਨਿੰਗ ਦੇ ਨਾਲ ਜਾਂ ਇਸ ਤਰ੍ਹਾਂ ਚੱਲੂਗਾ। ਜਦੋਂ ਵੀ ਵਕਤ ਮਿਲਦਾ ਹੈ ਬੈਠਣ ਦੀ ਕੋਸ਼ਿਸ਼ ਕਰੋ। ਉਹ ਆਦਤ ਤਾਂ ਹੈ, ਪਰ ਇਹਦੇ ਨਾਲ ਮਨ ਦੁਖੀ ਬੜਾ ਹੋ ਜਾਂਦਾ, ਜਿਹੜਾ ਕਦੀ ਨਹੀਂ ਸੀ ਹੋਇਆ। ਨਹੀਂ, ਮਨ ਤਾਂ ਦੁਖੀ ਹੋਊਗਾ ਹੀ। ਬਹੁਤ ਜ਼ਿਆਦਾ ਮਨ ਦਾ ਤਾਂ ਕੰਮ ਹੀ ਇਹੀ ਹੈ ਕਿ ਦੁਖੀ ਰਵੇ। ਬਹੁਤ ਦੁਖੀ ਹੋ ਜਾਂਦਾ। ਇਸੇ ਕਰਕੇ ਤਾਂ ਭਜਨ ਸਿਮਰਨ ਕਰਨਾ ਹੈ। ਮਿਹਰ ਕਰੋ ਬਾਬਾ ਜੀ। ਪਰਖਾਂ ਵਿੱਚ ਨਾ ਪਾਓ ਬੇਟਾ, ਆਪਾਂ ਪਰਖਾਂ ਵਿੱਚ ਪਾਈ ਰਹਿੰਦੇ ਹਾਂ। ਐ ਹੋਣਾ ਚਾਹੀਦਾ, ਐ ਹੋਣਾ ਚਾਹੀਦਾ। ਜੋ ਹੋ ਰਿਹਾ ਮਾਲਕ ਦੇ ਹੁਕਮ ਦੇ ਨਾਲ ਹੋ ਰਿਹਾ, ਉਹਨੂੰ ਤਸਲੀਮ ਕਰਕੇ ਆਪਾਂ ਆਪਣੇ ਵੱਲੋਂ ਮਿਹਨਤ ਕਰੀ ਚੱਲਣੀ ਹੈ ਬਸ। ਬਾਬਾ ਜੀ, ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਹੜੇ ਰਾਧਾ ਸਵਾਮੀ ਨਹੀਂ ਕਰਦੇ, ਜਾਂ ਜੋ ਵੀ ਉਹ ਕਰਨ ਅਸੀਂ ਵਾਪਸ ਉਹਨਾਂ ਨੂੰ ਸਤਿ ਸ੍ਰੀ ਅਕਾਲ ਜਾਂ ਜੋ ਵੀ ਰਾਮ ਰਾਮ ਰਾਧੇ ਰਾਧੇ ਕਰ ਸਕਦੇ ਹਾਂ। ਜੋ ਮਰਜ਼ੀ ਕਰੋ, ਉਹਦੇ 'ਚ ਕੀ ਫਰਕ ਪੈਂਦਾ ਹੈਗਾ। थैंक यू बाबा जी, थैंक यू बहुत नहीं। बाबा जी, सभी संत कहते हैं कि जीव अंधा है और उसके बस में कुछ भी नहीं है, और संत ही उसका हाथ पकड़ते हैं। जब संत उसका हाथ पकड़ते हैं तो फिर भी वो गलत रास्ते क्यों जाता है? बेटा देखो, होगा हमारी करनी से होगा। जो किस्मत भी बनाई है वो हमने खुद बनाई है। कहने के लिए हम कह देते हैं मालिक ने किस्मत बनाई है, मगर बनी तो अपने कर्मों के ऊपर है। किस्मत ने एक मुकाम पे लाके खड़ा कर दिया, अब आगे हमने चुनना है। अब सही रास्ता भी उतनी आसानी से चुन सकते हो जितना गलत चुन सकते हो। अब जो चुनोगे वैसे ही सिलसिला आगे चलेगा। उन्होंने तो हाथ पकड़ा है, माँ बाप ने तो हाथ पकड़ा है बच्चे का, मगर बच्चा जिद करके गलत तरफ जाएगा तो भुगतना पड़ेगा बेटा। दूसरी बात है बाबा जी कि जब बच्चा पढ़ना शुरू करता है तो शुरू में उसको हाथ पकड़कर वर्ण सिखाते हैं या अंक लिखवाते हैं, फिर आगे प्रैक्टिस करवाते हैं। धीरे धीरे एक स्टेज ऐसी आती है कि कॉरेस्पॉन्डेंस कोर्स भी कर लेता है। यहाँ लगता है कि नामदान के बाद में सीधा कॉरेस्पॉन्डेंस कोर्स शुरू हो जाता है। क्या ज़्यादा पर्सनल गाइडेंस की ज़रूरत नहीं होती जीव को? पर्सनल गाइडेंस किस चीज़ की चाहिए आपको? आपने ये तो कभी नहीं कहा कमाने के लिए पर्सनल गाइडेंस चाहिए, खाने के लिए, सोने के लिए, बाकी कामों के लिए पर्सनल गाइडेंस चाहिए। परमार्थ के लिए अब मिलेगा आपको अपनी करनी का मिलेगा। अगर कमी है हमारी करनी में कमी है, इसमें पर्सनल गाइडेंस, अब हम सबको मालूम है कि सही क्या है गलत क्या है कि नहीं? ठीक है। उसके आगे मन को काबू करना है, कैसे करना है वो भी हमें बता दिया गया। अब और क्या पर्सनल गाइडेंस दे? उन्होंने एहसास भी दिला दिया, बता भी दिया कि इसका हल क्या है। अब जैसे कोई बीमार आदमी है, डॉक्टर के पास जाता है, डॉक्टर दवाई देता है। अब दवाई तो उसको खुद लेनी है, वो कहे नहीं अभी मेरे को आके पर्सनल गाइडेंस दे, कैसे लेनी है ये वो। अब क्या डॉक्टर बताएगा आपको? हम अपनी करनी की तरफ नहीं देखते, सब जिम्मेवारी हम कहेंगे जी मेरी गाइडेंस में कमी थी या इस चीज़ की कमी थी। कमी तो हमारे एहसास की है बेटा, मालिक की दया में कमी नहीं है। अगर हमारा हाजमा ही नहीं है, हम हजम नहीं कर पा रहे, हम कदर नहीं कर पा रहे, हम आगे कदम नहीं उठा पा रहे, वो और क्या पर्सनल गाइडेंस दे हम?
कि भजन सिमरन का बल बख्शना माई। बाबा जी, मुझे ड्यूरिंग एजुकेशन नामदान की आपने दया की थी, और उस टाइम सिर्फ कॉलेज जाना था या भजन सिमरन करना था, तो बहुत मन लगता था। कई बार मैं ऐसे खो जाता था, मैं अपने आप को ढूंढता था कि मुझे कॉलेज भी जाना है, लेट हो गया। उसके बाद मैंने सर्विस ज्वाइन की, धीरे धीरे कम होता गया। अब सर्विस करके रिटायर भी हो गया, आपकी शरण में आया हुआ हूँ, लेकिन भजन सिमरन के बैक गियर लग गया है। बिल्कुल ऐसी तसल्ली नहीं होती कि मैं सक्सेस हो रहा हूँ। बेटा, सफलता किसको कहते हैं और बैक गियर किसको कहते हैं? अब हम सोचते हैं हर एक इंसान एक आइडियल एटमॉस्फेयर चाहता है, ठीक है ना। अब आइडियल हो नहीं सकता, आइडियल एक लक्ष्य हो सकता है, मगर ये कहें कि जी जब सब ठीक हो जाएगा तब भजन सिमरन करेंगे, हम भजन सिमरन करेंगे तो ठीक होगा? जब सब ठीक हो गया तो भजन सिमरन की जरूरत ही नहीं पड़ेगी। अब हमारा मन फैल गया है दुनिया में। ये तो नहीं कि मालिक की दया की कोई कमी है या उसके देने की कमी है। अब जैसे जैसे हमने दुनिया में कदम रखा, जिम्मेवारियां कह लें, बाल बच्चे कह लें, जो भी मर्जी कह लें, हमारा ध्यान उन चीजों में फैलता गया। तो कमी किसकी है बेटा? हमारी करने की। बाबा जी, हमने इन चीजों के बावजूद करना है। ये मत सोचें कि जब से सब ठीक हो जाएगा फिर नहीं जरूरत पड़ेगी। यही इसी को तो मैच्योरिटी कहते हैं बेटा। जी बाबा जी। बाबा जी, जब सुमरन के बाद धुन पे बैठता हूँ तो 5 मिनट 10 मिनट जैसे धुन सुनाई देती है, तो फिर अपने आप को खो जाता हूँ, या तो गिर ही जाता हूँ कि पता नहीं मुझे नींद आती है, लेकिन उठता हूँ तो मन उदास हो जाता है। बैठे रहें आप, परख में मत पड़े, बैठे रहें। देखो, दुकानदार रोज दुकान खोल को बैठता है कि नहीं बैठता? वो ये तो नहीं देखता कि ग्राहक आया है कि नहीं आया। जी बाबा जी। अगर ग्राहक के साथ वो दुकान खोलेगा तो ग्राहक आके दुकान को बंद देख के चले जाएगा। बेटा, जरूरत किसको है? हमें है ना। जी। तो इंतजार में किसने बैठना है? हमने बैठना है। हम परख करते, परख मन से आती है। परख करेंगे, मन बीच में आ गया तो ध्यान नीचे आना शुरू हो गया। परख में मत पड़े। हमारा काम है हुक्म की पालना करना। हमने भजन सिमरन करना है महाराज जी का हुक्म मान के, ना कि इसमें से हमें क्या हासिल होगा। कुछ नहीं होगा। हम ये सोचेंगे ना कि मेरी करनी से मिलेगा, कुछ नहीं मिलेगा। जी बाबा। हम तो एक जन्म गया, कई जन्म ले लें फिर भी नहीं मिलेगा। मगर उसकी शरण में आएंगे, वो जिम्मेवारी उठाएगा, सब कुछ करेगा।